manifestation ਨਾਲ ਸਾਰਾ ਕੁਝ possible ਹੈਗਾ ਆ। Oh my god, ਇਹ ਮੈਂ ਕਦੀ ਸੋਚਿਆ yeah, ਸੀਗਾ it's also my first podcast, so I think I was equally nervous too। ਮੈਨੂੰ ਐਸੀ ਕੁਝ ਗਲਤ ਨਾ ਬੋਲਦਾ, or what if I don't even say anything, so ਮੈਂ ਬੁਲਾਉਂਗੀ ਨਹੀਂ ਕਿਸੇ ਨਵੇਂ ਨੂੰ ਜਾ ਕੇ because I'm just too shy, so I think I'm very talkative। ਬਹੁਤ ਗੱਲਾਂ ਕਰਦੀ ਹਾਂ ਮੈਂ, the very I think that was every the- dad's yeah. insecurity, right? Even ਮੈਂ ਵੀ ਆਹੀ ਕਹਿੰਦੀ ਹੁੰਦੀ ਸੀ, ਜਿਹੜੀ ਮੇਰੀ friendship ਮੇਰੀ ਤੇ ਮੁੰਡੇ ਦੀ friendship ਆ, that is better because there is no jealousy there। ਤੁਹਾਡੀ vibe ਇੱਕਦਮ ਹੀ match ਹੋਣੀ ਆ, and Yeah. then you be like, oh, you are like soul sisters। Yeah। Hello everyone, welcome to the first podcast of Man Di Awaaz, where the heart finds the choice, the essence of your voice, and where the listener enjoys. Our first guest is a rising star. She's very passionate towards following her dreams, inspiring younger generation, and setting up an example for them to be more confident and resilient. She is none other than Mopreet Kaur। ਸਤਿ ਸ਼੍ਰੀ ਅਕਾਲ ਮਨ ਦੀ ਆਵਾਜ਼ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ and thank you। ਹੋਰ ਸੁਣਾਓ ਕਿਵੇਂ ਹੋ ਤੁਸੀਂ? ਵਧੀਆ, ਬਸ ਤੁਸੀਂ ਦੱਸੋ। ਬਸ ਬਹੁਤ ਵਧੀਆ, ਚੜ੍ਹਦੀ ਕਲਾ। ਕਿਵੇਂ ਚੱਲ ਰਿਹਾ ਤੁਹਾਡਾ ਟਾਈਮ ਇਨ ਵੈਨਕੂਵਰ? It's been nice। ਮੇਰੀ ਫੈਮਿਲੀ ਇੱਥੇ ਆ, ਸੋ ਮੇਰਾ ਬ੍ਰਦਰ ਤੇ ਮੇਰੀ ਭਾਬੀ ਉਹਨਾਂ ਨੂੰ ਵਿਜ਼ਿਟ ਕਰ ਰਹੇ ਸੀਗੇ, ਐਂਡ ਇੱਧਰ ਉੱਧਰ ਪਲੇਸਿਸ ਤੇ ਤੁਹਾਡੇ ਵਿਊਜ਼ ਬਹੁਤ ਸੋਹਣੇ ਆ, ਹਾਂਜੀ। ਸੋ ਉਹ ਦੇਖ ਲਈਦੇ ਆ ਇੱਧਰ ਉੱਧਰ, ਐਂਡ it's been nice so far, but now I That's think it's good। time to go back। I know, and ਤੁਸੀਂ ਬਹੁਤ right time ਤੇ visit ਕੀਤਾ ਆ, because it's summer time, Yeah। flowers are blooming, and mountains all around, so lively। Yeah, it's less depressing actually। ਹਾਂਜੀ। Otherwise it's more like Vancouver, right? So Yeah, that's true। Really reminds me back home। yeah, ਨਹੀਂ obviously I think ਮੈਨੂੰ ਵੀ ਏਦਾਂ ਹੀ ਲੱਗਦਾ ਕਿ ਮੈਂ ਕੱਲ ਪਰਸੋਂ ਹੀ ਗੱਲ ਕਰ ਰਹੀ ਸੀ ਵੀ ਚੰਡੀਗੜ੍ਹ ਵਰਗਾ ਲੱਗਦਾ ਹੈ, ਸੋ ਹਾਂਜੀ। Yeah। ਬਿਟਵੀਨ ਤੁਸੀਂ ਕਿੱਥੇ ਹੋ ਇੰਡੀਆ ਤੋਂ? ਗੁਰਦਾਸਪੁਰ, ਪੰਜਾਬ। ਮੈਂ ਉੱਥੇ ਹੀ ਪੜ੍ਹੀ ਹਾਂ, ਐਂਡ ਦੈਨ ਫਿਰ ਉਸ ਤੋਂ ਬਾਅਦ ਮੈਂ ਕਾਲਜ ਸਕੂਲ ਮਤਲਬ ਗੁਰਦਾਸਪੁਰ, ਐਂਡ ਦੈਨ ਕਾਲਜ ਲਈ ਮੈਂ ਚੰਡੀਗੜ੍ਹ ਚਲੀ ਗਈ ਸੀਗੀ, ਫਿਰ ਉੱਥੇ ਮੈਂ ਆਪਣੀ ਡਿਗਰੀ ਕੀਤੀ ਹੈ ਬੈਚਲਰਸ, ਐਂਡ ਉਸ ਤੋਂ ਬਾਅਦ ਫਿਰ ਮੈਂ ਕੈਨੇਡਾ ਆ ਗਈ ਸੀ 2017 ਚ। Okay, okay। Yeah, quite a long time। I know। think 7 years। ਹਾਂਜੀ, 7 ਠੀਕ ਆ। years। ਇਸ That's ਸਾਲ good। 7 years ਹੋ ਗਏ ਨੇ ਐਕਚੁਅਲੀ। Okay, okay। ਹਾਂਜੀ। 7.5 I would say। ਹਾਂਜੀ। So have you been back? ਕਿੰਨੀ ਵਾਰ ਹਾਂਜੀ। visit ਕੀਤਾ ਤੁਸੀਂ? 2 ਵਾਰੀ ਗਈ ਸੀ। ਇੱਕ ਵਾਰੀ ਮੈਂ 2 ਸਾਲ ਪਹਿਲਾਂ ਗਈ ਸੀ, ਉਦੋਂ ਮੈਂ 5 ਸਾਲ ਬਾਅਦ ਗਈ ਸੀਗੀ, ਹਾਂਜੀ। ਤੇ ਉਦੋਂ ਤਾਂ ਕਾਫੀ ਇਮੋਸ਼ਨਲ ਵੀ ਸੀ ਥੋੜਾ ਟਾਈਮ, ਕਿਉਂਕਿ ਹਾਂਜੀ। 5 ਸਾਲ ਬਾਅਦ ਗਏ ਹੋ, ਰਾਈਟ? ਹਾਂਜੀ। 5 ਉਦੋਂ ਸਾਲ ਮੇਰੇ ਬਾਅਦ ਜਾਣਾ, ਹਾਂਜੀ, it's I like know। too much। ਕਿੱਦਾਂ ਰਹਿ ਲਏ ਤੁਸੀਂ? ਕਿਉਂਕਿ ਕਦੀ ਵਰਕ ਪਰਮਿਟ ਮਿਲਦਾ ਸੀ, ਉਹਦੀ ਵੇਟ ਕਰਦੇ ਸੀ, ਫਿਰ ਜੌਬ ਲੱਗ ਗਈ, ਉੱਥੋਂ ਛੁੱਟੀ ਨਹੀਂ ਮਿਲਦੀ, ਐਂਡ ਦੈਨ ਵਾਂਸ ਯੂ ਆਰ ਸਟੇਬਲ ਇਨਫ, ਦੈਨ ਫਿਰ ਤੁਸੀਂ ਜਾਣਦੇ ਹੋ ਕਿ ਹੁਣ ਜੌਬ ਤੋਂ ਮੈਨੂੰ ਛੁੱਟੀ ਮਿਲ ਸਕਦੀ ਹੈ, ਰਾਈਟ? ਸੋ ਕਿੰਨੇ ਤਾਂ ਪੰਗੇ ਨੇ। ਤੇ ਤੁਸੀਂ ਕਿੱਥੋਂ ਇੰਡੀਆ ਤੋਂ? ਮੈਂ ਚਲੋ ਤੁਸੀਂ ਗੈਸ ਕਰੋ। ਪਟਿਆਲੇ, ਮੋਗੇ ਵਾਲੀ ਸਾਈਡ ਤੋਂ। ਪਤਾ ਤੁਹਾਨੂੰ ਮੈਨੂੰ ਸਾਰੇ ਇੱਦਾਂ ਹੀ ਕਹਿੰਦੇ ਆ। ਬਿਕਾਜ਼ I think ਤੁਹਾਡੀ ਬੋਲੀ ਕਰਕੇ ਹੋ ਏਦਾਂ ਸਕਦਾ ਹੈ। ਲੱਗਦਾ ਕਿ ਤੁਸੀਂ ਉਸ ਸਾਈਡ ਤੋਂ। ਹਾਂਜੀ, ਚਲੋ ਮੈਂ ਤੁਹਾਨੂੰ ਇੱਕ ਹਿੰਟ ਦੇਣੀ ਆ। ਓਕੇ। ਮੈਂ ਪੰਜਾਬ ਤੋਂ ਨਹੀਂ ਹੈਗੀ। Okay, then I mean ਨੈਨੀਤਾਲ ਸੁਣਿਆ ਤੁਸੀਂ? It's ਹਾਂਜੀ। just near to Okay, Jim Corbett। that's ਹਾਂਜੀ। nice। ਪਰ Yeah। ਤੁਹਾਡੀ also ਤੁਹਾਡੀ ਪੰਜਾਬੀ ਬੋਲਣ ਦਾ ਤਰੀਕਾ ਬਹੁਤ ਸੋਹਣਾ ਆ, like I really like it's very polite। ਮੈਨੂੰ ਲੱਗਦਾ ਮੈਂ ਏਦਾਂ ਬੋਲ ਰਹੀ ਹੁੰਦੀ, ਮੈਨੂੰ ਪੱਥਰ ਮਾਰ ਰਹੀ ਹਾਂ, like ਮੈਂ ਇੱਥੋਂ ਬੋਲਦੀ ਹਾਂ। Thank you so much। How was your experience outside of Punjab though? Like I don't know if you have experience like Living outside of the Punjab, I feel ਮੈਨੂੰ ਵੀ ਹੁਣ ਇੱਥੇ ਬਹੁਤ ਕੁਐਸਚਨ ਇੱਦਾਂ ਪੁੱਟ ਹੁੰਦੇ ਆ that ਉਹ ਤੁਸੀਂ ਪੰਜਾਬ ਤੋਂ ਨਹੀਂ ਹੈਗੇ, then ਤੁਸੀਂ ਪੰਜਾਬੀ ਕਿੱਦਾਂ ਬੋਲਦੇ ਹੋ? Yeah, So I feel ਇਹ ਚੀਜ਼ ਦਾ ਆਨਸਰ ਇਹੀ ਆ ਕਿ like Punjabis are all over the world। that's true। Yeah, and then especially ਇੱਧਰ ਦੇ ਸਾਈਡ ਸਾਡੇ it's just called mini ਪੰਜਾਬ, ਕਿਉਂਕਿ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਮੈਂ ਪੰਜਾਬ ਤੋਂ ਬਾਹਰ ਆ। ਏਦਾਂ ਲੱਗਿਆ ਕਿ ਉਹੀ ਆ ਸਰਾਊਂਡਿੰਗਸ, ਕਿਉਂਕਿ ਸਾਡੇ ਮੋਸਟਲੀ ਪੰਜਾਬੀ ਫੈਮਲੀਜ਼ ਹੀ ਨੇ। Yeah, no, obviously ਪੰਜਾਬ ਤਾਂ ਪੰਜਾਬ ਹੀ ਹੋਵੇ। ਹਾਂਜੀ, ਪੰਜਾਬ ਤੋਂ ਪੰਜਾਬ ਹੀ ਆ। ਤੇ ਤੁਸੀਂ ਇੱਥੇ ਕਦੋਂ ਆਏ ਸੀ? ਮੈਂ 3 years back 2021 ਦੇ ਵਿੱਚ ਮੈਂ ਇੱਥੇ ਆਈ ਸੀ, and I was also an international student। ਫਿਰ I graduated last year, and Oh, ਹੁਣ that's ਮੈਂ nice। full time job ਕਰ ਰਹੀ ਹਾਂ। Oh, that's good। ਹਾਂਜੀ, ਮੇਰਾ ਪਰਪਸ ਵੀ ਇਹੀ ਸੀਗਾ ਕਿ beside my job
have weekends free and ਮੈਨੂੰ ਲੱਗਦਾ ਸੀਗਾ why not to utilize it and ਮੈਂ ਆਪਣੇ even friends ਨੂੰ ਵੀ ਇਹੀ suggest ਕਰਦੀ ਹੁੰਦੀ ਹਾਂ ਕਿ just being there ਕਿ full time ਕੰਮ ਕਰ ਲਓ PR ਲਈ ਕਰੋ of course ਉਹ main ਹੈਗਾ ਆ but enjoy ਕਰੋ ਆਪਣੀ life ਨੂੰ ਹਾਂਜੀ so that's true yeah and ਆਪਣਾ ਅਗਰ ਤੁਹਾਡਾ ਕੋਈ ਵੀ hobby ਆ ਉਹਨੂੰ ਉੱਤੇ ਆਪਣਾ time invest ਕਰੋ I feel like passion ਜਾਂ hobbies ਇਹ ਤੁਹਾਨੂੰ ਇੱਕ ਤਰ੍ਹਾਂ ਨਾਲ like stress free ਵੀ ਰੱਖਦੇ ਨੇ right you are just doing something that you like you're Yeah. investing your time and energy and ਉਹ ਚੀਜ਼ਾਂ ਕਰਕੇ like ਤੁਸੀਂ ਕਾਫੀ ਵਧੀਆ mental state ਤੇ ਵੀ ਰਹਿੰਦੇ ਹੋ I feel ਹਾਂਜੀ। like that helps and it has I think some way or the other it has helped me over the past few years like ਜਦੋਂ ਮੈਂ ਇੱਥੇ ਆਈ ਸੀਗੀ I think I started doing ਭੰਗੜਾ and ਗਿੱਧਾ that's my passion right so ਤੁਸੀਂ look forward ਕਰਦੇ ਹੋ ਉਸ ਚੀਜ਼ ਲਈ ਕੰਮ ਕੀਤਾ weekdays 'ਚ ਤਾਂ ਕੰਮ ਕਰ ਹੀ ਰਹੇ ਹੋ and then on the weekend one of the days ਤੁਸੀਂ practices ਲਈ ਜਾਂਦੇ ਹੋ and all so that really helps obviously Yeah. and I think ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ it doesn't have to be something that what others are doing try exploring keep on exploring new options it's good like and ਤੁਸੀਂ ਇੱਦਾਂ ਦੇ ਹੀ ਸੀਗੇ starting ਤੋਂ I mean as a child were you like that were you extrovert or you were me introvert? no I think for me I have always been like I would say extrovert most of the times but ਮੈਂ ਗੱਲ ਘੱਟ ਜਿਵੇਂ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ that is a very rare situation ਜਿੱਥੇ ਮੈਂ actually ਕਿਸੇ ਨੂੰ ਨਹੀਂ ਜਾਣਦੀ ਤੇ ਮੈਂ ਬੁਲਾਉਂਗੀ ਨਹੀਂ ਕਿਸੇ ਨਵੇਂ ਨੂੰ ਜਾ ਕੇ because I'm just too shy ਤਾਂ right so I think yeah I'm very talkative ਬਹੁਤ ਗੱਲਾਂ ਕਰਦੀ ਹਾਂ ਮੈਂ especially when you're in a field where you have to face camera every day and you have to shoot I think you build the confidence time ਦੇ ਨਾਲ ਹਾਂਜੀ ਉਹ ਤਾਂ ਗੱਲ ਹੈਗੀ ਆ ਹਾਂਜੀ like I if I compare myself to the one who I was before yeah and ਜੇ ਮੈਂ ਅੱਜ ਸੋਚਾਂ obviously there is a huge difference right so even ਜਦੋਂ ਮੈਂ shoots ਤੇ ਜਾਨੀ ਆ ਜਾਂ ਮੈਂ ਹੁਣ ਕੈਮਰੇ ਦੇ ਮੂਹਰੇ like I'm more obviously more comfortable more confident so yeah your presence is making me feel more confident yeah it goes both ways actually you know like it's also my first podcast so I think I was equally nervous too ਮੈਨੂੰ ਐਸੀ ਕੁਝ ਗਲਤ ਨਾ ਬੋਲਦਾ or what if I don't even say anything so I think it's this ਆਸੇ ਪਾਸੇ ਤੋਂ ਵੀ ਸਿੱਖਦੇ ਹੋ right like I'm learning from you maybe you are learning from me as well yeah that's so true ਉਹ ਚੀਜ਼ ਦਾ ਫਰਕ ਪੈਂਦਾ ਆ and then ਤੁਸੀਂ ਉਹ ਕੁੜੀਆਂ ਨੂੰ ਕਿੱਦਾਂ ਮੋਟੀਵੇਟ ਕਰੋਗੇ ਜਿਹੜੀਆਂ ਚਾਹੁੰਦੀਆਂ ਨੇ to do something how to begin like ਤੁਸੀਂ ਅਗਰ ਤੁਹਾਨੂੰ ਇਹ ਲੱਗਦਾ ਨਾ ਕਿ what if ਉਹ ਕੀ ਸੋਚੂਗਾ ਜਾਂ ਉਹ ਕੀ ਸੋਚੂਗਾ if that is something ਜਿਹੜਾ ਤੁਹਾਨੂੰ ਰੋਕ ਰਿਹਾ ਆ ਤਾਂ ਮੈਂ ਕਹੂੰਗੀ ਕਿ ਜਿਨ੍ਹਾਂ ਨੇ ਕਹਿਣਾ ਉਹਨਾਂ ਨੇ ਤਾਂ ਕਹਿਣਾ ਹੀ ਆ ਲਾਈਕ ਤੁਸੀਂ ਇੰਨਾ ਨਾ ਸੋਚੋ you know it's your life and ਆਪਣੇ ਤੁਸੀਂ ਇਹ ਸੋਚੋ ਕਿ ਉਹ ਚੀਜ਼ ਤੁਹਾਨੂੰ ਖੁਸ਼ੀ ਦੇ ਰਹੀ ਹੈ and that's all matters to be honest ਕਿਸੇ ਨੇ ਕੀ ਕਹਿਣਾ ਹੈ ਉਹ ਤਾਂ ਬਾਅਦ ਦੀਆਂ ਗੱਲਾਂ ਨੇ right so ਮਤਲਬ just start I know it's even I didn't know ਜਦੋਂ ਮੈਂ ਸ਼ੁਰੂ ਕਰ ਰਹੀ ਸੀ I was just posting yeah find something to start with that's right and even ਇਹ ਵੀ more matter ਕਰਦਾ ਹੈ ਕਿ ਤੁਸੀਂ ਜਦੋਂ start ਕਰ ਰਹੇ ਹੋ then you have a support you ask people to support you especially your family and then your some close friends who are always there whether they are a critic but like they are your supporters as well ਤੁਹਾਡਾ ਕੌਣ ਸੀਗਾ ਸਭ ਤੋਂ biggest supporter I would say ਮੇਰੀ family right especially ਉਹਦੇ ਚ ਜੇ ਮੈਂ ਕਹਾਂ ਤਾਂ ਮੰਮਾ ਮੇਰੇ ਮੰਮਾ ਉਹ ਕਾਫੀ ਲਾਈਕ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਜੇ ਮੈਂ ਕੁਝ ਵੀ ਪਾਉਣੀ ਆ ਜਾਂ ਕੋਈ ਵੀ ਹਾਂਜੀ ਲਾਈਕ ਦੇ ਆਰ obsessed with their kids right so ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੋ ਮੈਂ ਕੁਝ ਵੀ ਪਾਉਂਦੀ ਹਾਂ I feel like ਉਹ ਤੁਸੀਂ ਬਹੁਤ ਐਕਸਪੈਕਟ ਕਰ ਰਹੇ ਹੁੰਦੇ ਹੋ ਵੀ ਸਾਡੀ ਫੈਮਿਲੀ ਐਂਡ ਸਾਡੇ ਫਰੈਂਡਸ ਸਾਨੂੰ ਹਮੇਸ਼ਾ ਸਪੋਰਟ ਕਰਨ ਐਂਡ ਉਹ ਤੁਹਾਨੂੰ ਹਮੇਸ਼ਾ ਮਿਲਦੀ ਵੀ ਆ ਤਾਂ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਆ ਵੀ ਜਿਵੇਂ ਆਈ ਨੋ ਕਈਆਂ ਦੇ ਪੇਰੈਂਟਸ ਨਹੀਂ ਵੀ ਅਲਾਉ ਕਰਦੇ ਉਹਨਾਂ ਨੂੰ ਬਟ ਯਾ ਆਮ ਲੱਕੀ ਕਿ ਚਲੋ ਮੇਰੇ ਮੰਮਾ ਕਾਫੀ ਸਪੋਰਟਿਵ ਨੇ ਪਾਪਾ ਸ਼ੁਰੂ 'ਚ ਆਈ ਥਿੰਕ ਉਹਨਾਂ ਨੇ ਕਿਹਾ ਹੋਣਾ ਇੱਕ ਵਾਰੀ ਬਟ ਉਸ ਤੋਂ ਬਾਅਦ ਉਹਨਾਂ ਨੇ ਵੀ ਕਦੀ ਕਿਹਾ ਨਹੀਂ ਕਿ ਤੂੰ ਆਹ ਨਹੀਂ ਕਰਨਾ ਜਾਂ ਕੁਛ ਵੀ ਆ ਹੀ ਆਈ ਥਿੰਕ ਹੀ ਵਾਜ਼ ਜਸਟ ਵਰਿਡ ਕਿ ਯੂ ਨੋ ਜਿਵੇਂ ਅੱਜ ਕੱਲ੍ਹ ਕੁੜੀਆਂ ਨੂੰ ਕਰਦੇ ਨੇ ਸੋਸ਼ਲ ਮੀਡੀਆ ਤੇ ਜਾਂ ਕੁਛ ਗਲਤ ਨਾ ਹੋ ਜਾਏ ਆਈ ਥਿੰਕ ਦੈਟ ਇਜ਼ ਅ ਵੈਰੀ every dad's insecurity right so I think ਉਹਨਾਂ ਨੂੰ ਪਹਿਲਾਂ ਸੀ but ਹੁਣ ਉਹਨਾਂ ਨੂੰ ਉਹ ਵੀ ਨਹੀਂ ਕੁਛ ਇਦਾਂ ਦਾ ਹੈਗਾ they have always been supportive in every life decision ਚਾਹੇ ਮੇਰਾ job ਨੂੰ ਲੈ ਕੇ ਸੀ ਜਾਂ ਇਹਦੇ ਪਿੱਛੇ ਆ so yeah that has been a biggest motivation for me and friends also friends ਨੇ ਵੀ ਮੇਰੇ ਹਮੇਸ਼ਾ support ਹੀ ਕੀਤਾ ਆ
That's true. I mean, ਜਿੱਦਾਂ ਆਪਾਂ ਕਿਹਾ ਕਿ ਟਾਈਮ ਨਾਲ ਕੌਨਫੀਡੈਂਸ ਬਿਲਡ ਹੁੰਦਾ ਆ, ਇੱਦਾਂ ਮੈਨੂੰ ਲੱਗਦਾ ਹੈ ਟਾਈਮ ਦੇ ਨਾਲ ਇੱਕ ਟਰਸਟ ਵੀ ਬਿਲਡ ਹੁੰਦਾ, ਇੱਕ ਬਿਲੀਵ ਬਿਲਡ ਹੁੰਦਾ ਆ। ਪੇਰੈਂਟਸ ਆਪਣੇ ਬੱਚੇ ਤੇ ਕਿੱਦਾਂ ਆਪਣਾ ਬਿਲੀਵ ਕਰਦੇ, ਬਿਕਾਜ਼ ਪਹਿਲਾਂ ਉਹਨਾਂ ਨੂੰ ਲੱਗਦਾ ਹੈ ਮੇਬੀ ਇਹਦਾ ਜਸਟ ਸ਼ੌਂਕ ਆ, ਬਟ ਉਹ ਫਿਰ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਦੇ ਆਰ ਡੂਇੰਗ ਵੈਲ, ਤਾਂ ਹਾਂਜੀ ਫਿਰ ਉਹ ਸਪੋਰਟ ਕਰਨ ਲੱਗ ਜਾਂਦੇ ਹਾਂਜੀ ਆ, ਐਂਡ ਦੈਨ ਦੇ ਨੋ ਦੈਟ ਇਫ ਯੂ ਆਰ ਪੈਸ਼ਨੇਟ ਅਬਾਊਟ ਇਟ ਦੈਨ ਦਿਸ ਇਜ਼ ਹਾਊ। ਸੋ ਮੈਂ ਫਿਰ ਹਰ ਕਿਸੇ ਨੂੰ ਜਿਹੜਾ ਵੀ ਮੇਰੇ ਤੋਂ ਕੋਈ ਯੰਗਸਟਰਸ ਜਿਹੜੇ ਹੈਗੇ ਨੇ, ਇਵਨ ਮਾਈ ਕਜ਼ਨਸ ਹੂ ਆਰ ਯੰਗਰ, ਮੈਂ ਉਹਨਾਂ ਨੂੰ ਆਹੀ ਸੁਜੈਸ਼ਨ ਦੇਣੀ ਆ ਦੈਟ ਵਟਸੋਐਵਰ ਯੂ ਫੀਲ ਦੈਟ ਯੂ ਵਾਂਟ ਟੂ ਡੂ, ਔਰ ਕੋਈ ਵੀ ਤੁਸੀਂ ਫੀਲਡ 'ਚ ਜਾਣਾ ਆ, ਕੁਛ ਵੀ ਪਰਸਿਊ ਕਰਨਾ ਆ, ਯੂ ਨੀਡ ਟੂ ਸਪੀਕ ਇਟ ਆਊਟ, ਯੂ ਨੀਡ ਟੂ ਟੈਲ ਯੋਰ ਪੇਰੈਂਟਸ ਦੈਟ ਯੂ ਨੋ ਤੁਸੀਂ ਇਹ ਫੀਲਡ 'ਚ ਜਾਣਾ ਚਾਹੁੰਦੇ ਹੋ, ਔਰ ਤੁਸੀਂ ਇਸ ਹੌਬੀ ਨੂੰ ਲੈ ਕੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ। ਹਾਂਜੀ ਨਹੀਂ ਉਹ ਤਾਂ ਹੈ। ਆਈ ਥਿੰਕ ਅਸੀਂ ਸੋਚਦੇ ਹਾਂ ਕਿ ਨਹੀਂ ਸਾਡੇ ਘਰਦਿਆਂ ਨੇ ਮੰਨਣਾ ਨਹੀਂ, ਉਹਨਾਂ ਦੀ ਇਦਾਂ ਦੀ ਸੋਚ ਨਹੀਂ ਹੋਣੀ, ਪਰ ਜਦ ਤੱਕ ਤੁਸੀਂ ਗੱਲ ਨਹੀਂ ਕਰੋਗੇ ਤੁਸੀਂ ਜਾਣੋਗੇ ਕਿਵੇਂ, ਲਾਈਕ ਜਦ ਤੱਕ ਤੁਸੀਂ ਗੱਲ ਹੀ ਨਹੀਂ ਕਰੋਗੇ ਤਾਂ ਤੁਹਾਨੂੰ ਕਿੱਦਾਂ ਪਤਾ ਕਿ ਵਾਟ ਇਫ ਤੁਹਾਡੇ ਪੇਰੈਂਟਸ ਸਪੋਰਟ ਹੀ ਕਰਨ ਤੁਹਾਨੂੰ। ਹਾਂਜੀ ਬਿਲਕੁਲ। ਐਂਡ ਤੁਹਾਨੂੰ ਕਿਸੇ ਨੇ ਇਨਸਪਾਇਰ ਕੀਤਾ ਸੀਗਾ? Inspire is field which I feel like there's not just one person, like there's so many different creators ਜਿਹੜੇ ਕਿ inspire ਕਰਦੇ ਨੇ, like ਜਿਹੜੇ ਜਿਵੇਂ ਕੋਮਲ ਪਾਂਡੇ, ਦੀਕਸ਼ਾ ਖੁਰਾਨਾ and that boho girl, ਉਹ ਸਾਰੇ like I have always seen their content, it's very creative and ਉਹਨਾਂ ਕੋ ਜਿਵੇਂ ਉਹ ਕਰਦੇ ਨੇ ਸਾਰਾ ਕੁਝ, like they have always been my inspiration, right? So ਮੈਨੂੰ ਵਧੀਆ ਲੱਗਦਾ ਉਹਨਾਂ ਦਾ ਕੰਟੈਂਟ, I want to create that content but I don't have a manpower or maybe one day, but they are an inspiration. I have seen them ਜਦੋਂ ਮੈਂ ਕਾਲਜ ਟਾਈਮ 'ਚ ਹੁੰਦੀ ਸੀਗੀ ਤਾਂ ਮੈਂ ਉਦੋਂ ਤੋਂ ਦੇਖਦੀ ਆ ਉਹਨਾਂ ਨੂੰ, and today they are like doing really well, so yeah, that's such an inspiration that I know. I think it's good to have an inspiration, and especially ਜਦੋਂ ਤੁਸੀਂ ਕਿਸੇ ਨੂੰ ਦੇਖ ਰਹੇ ਹੋ ਉਹਨਾਂ ਦੀ ਜਰਨੀ ਨਾਲ ਤੁਸੀਂ ਜੁੜੇ ਹੋਏ ਹੋ ਸਟਾਰਟਿੰਗ ਤੋਂ, and then you also know that ਅੱਛਾ ਇੰਨੇ ਟਾਈਮ ਤੁਸੀਂ ਜਾਣਦੇ ਸੀਗੇ, ਤੁਹਾਡਾ ਕਨੈਕਸ਼ਨ ਬਿਲਡ ਹੋ ਜਾਂਦਾ ਉਹਨਾਂ ਦੇ ਨਾਲ, and then slowly ਉਹ ਵੀ ਗਰੋ ਕਰ ਰਹੇ ਹਨ, ਤੁਸੀਂ ਆਪਣੀ ਗਰੋਥ ਵੀ ਦੇਖਦੇ ਹੋ। Do you believe in manifestation? Oh yeah, big time. I love manifestation. I think ਮੈਨੂੰ ਇਦਾਂ ਲੱਗਦਾ ਹੈ ਕਿ manifestation ਨਾਲ ਸਾਰਾ ਕੁਝ possible ਹੈਗਾ ਆ, like that's how I believe. Like you can attract anything as long as you're not doubting yourself. So I believe in manifestation, and I think ਕਈ ਵਾਰੀ ਇਦਾਂ ਚੀਜ਼ਾਂ ਹੋਈਆਂ ਨੇ ਮੇਰੀ ਲਾਈਫ 'ਚ ਜੋ ਕਿ like unintentionally ਮੈਂ manifest ਕੀਤੀਆਂ ਹੋਣਗੀਆਂ, but sometimes you don't realize ਕਿ ਹਾਂ ਮੈਂ ਤਾਂ manifest ਕਰਤਾ ਸੀ, and then sometimes you just forget about it ਕਿ ਹਾਂ ਮੇਰੇ ਨਾਲ ਇਦਾਂ ਹੋਣਾ ਆ, and then ਤੁਹਾਨੂੰ ਮਿਲਦੀ ਹੈ, then you realize oh my god ਇਹ ਮੈਂ ਕਦੀ ਸੋਚਿਆ ਸੀਗਾ ਕਿ ਹੋਊਗਾ। ਇਹਦੀ ਰੀਸੈਂਟ ਐਗਜ਼ਾਮਪਲ ਆ, like ਮੈਂ ਨਾ ਜਦੋਂ ਦਿਲਜੀਤ ਦਾ ਸ਼ੋਅ ਅਨਾਉਂਸ ਹੋਇਆ ਸੀਗਾ ਤਾਂ ਮੈਂ ਨਾ ਇਦਾਂ ਕਿਹਾ ਸੀਗਾ ਕਿ ਮੈਂ ਦਿਲਜੀਤ ਦਾ ਸ਼ੋਅ ਦੇਖਣਾ ਹੀ ਦੇਖਣਾ ਇਸ ਵਾਰ, I don't know ਕਿੱਦਾਂ but ਮੈਂ ਤਾਂ ਦੇਖੂੰਗੀ। ਮੇਰੇ ਕੋਲ ਲਾਸਟ ਮੂਮੈਂਟ ਤੱਕ ਕੋਈ ਟਿਕਟਸ ਵੀ ਨਹੀਂ ਸੀਗੀਆਂ, ਕੁਝ ਵੀ ਨਹੀਂ ਸੀਗਾ ਮੇਰੇ ਕੋਲ, ਐਂਡ ਇੱਕ ਦਿਨ ਪਹਿਲਾਂ ਲਿਟਰਲੀ ਮੇਰੇ ਭਰਾ ਦਾ ਫੋਨ ਆਇਆ ਕਿ ਦਿਲਜੀਤ ਦੇ ਸ਼ੋਅ ਤੇ ਜਾਣਾ ਤੁਸੀਂ, ਲਾਈਕ ਮੈਨੂੰ ਟਿਕਟਸ ਮਿਲ ਰਹੀਆਂ ਨੇ, ਐਂਡ ਆਮ ਲਾਈਕ okay like why not okay so this is happening, so ਇਦਾਂ ਦੀਆਂ ਚੀਜ਼ਾਂ, right? Like you just manifest and you just say it, and second out ਨਹੀਂ ਕਦੀ ਕਰਨਾ ਕਿ ਹਾਂ ਇਹ ਨਹੀਂ ਹੋਊਗਾ, so I think that helps, and also ਤੁਹਾਡੇ ਮਾਈਂਡਸੈਟ ਨਾਲ ਵੀ ਬਹੁਤ, ਜਿਵੇਂ ਲੈਟਸ ਸੇ ਤੁਸੀਂ ਕਹੋ ਕਿ ਨਾ ਕਿ ਮੇਰੀ ਲਾਈਫ ਬਹੁਤ ਵਧੀਆ ਆ, ਉਹ ਤੁਹਾਡਾ ਮਾਈਂਡਸੈਟ ਵੀ ਉਵੇਂ ਹੋ ਜਾਂਦਾ ਆ। ਜੇ ਤੁਸੀਂ ਕਹਿੰਦੇ ਹੋ ਯਾਰ ਮੇਰੀ ਲਾਈਫ ਤਾਂ ਬਿਲਕੁਲ ਨਹੀਂ ਵਧੀਆ, ਇੱਕ ਤਾਂ ਤੁਸੀਂ ਉਹ ਚੀਜ਼ ਯੂਨੀਵਰਸ 'ਚ ਪਾ ਰਹੇ ਹੋ ਫॉर ਮੈਨੀਫੈਸਟੇਸ਼ਨ, ਤੁਹਾਡੀ ਲਾਈਫ ਉਵੇਂ ਹੀ, ਐਂਡ ਦੈਨ ਯੂ ਆਰ ਆਲਸੋ ਫੀਲਿੰਗ ਦ ਸੇਮ, ਉਵੇਂ ਹੀ ਫੀਲ ਕਰਦੇ ਹੋ, ਬੋਡੀ ਵੀ ਅਡੈਪਟ ਕਰ ਲੈਂਦੀ ਆ ਉਹ ਚੀਜ਼ ਦਾ। ਇਟਸ ਸੇਮ ਐਜ਼ ਜਿਵੇਂ ਤੁਸੀਂ ਬਿਮਾਰ ਹੋ ਤਾਂ ਤੁਸੀਂ ਆਪਣੇ ਆਪ ਨੂੰ ਕਹੋ ਯਾਰ ਮੈਂ ਤਾਂ ਬਹੁਤ ਬਿਮਾਰ ਆ ਯਾਰ, ਤਾਂ ਤੁਸੀਂ ਓਨਾ ਹੀ ਬਿਮਾਰ ਫੀਲ ਕਰੋਗੇ। So that's, I feel that's how manifestation is too. ਜਿਵੇਂ ਤੁਸੀਂ ਕਿਹਾ that you believe in manifestation, are there any success stories you would like to share? I think the brand collaborations and the PR packages, and that is I think ਬਹੁਤ ਵਧੀਆ ਮੇਰੇ ਲਈ ਉਹ ਇੱਕ success ਆ, and ਮੈਨੂੰ ਬਹੁਤ ਖੁਸ਼ੀ ਵੀ ਦਿੰਦੀ ਆ ਕਿ I have achieved something, if ever I'm self-doubting myself, then this is a sign that why am I self-doubting? Yeah, of course, ਬਿਲਕੁਲ। But ਜਿੱਦਾਂ ਤੁਸੀਂ mention ਕੀਤਾ that self-doubting, so do you think that ਤੁਹਾਨੂੰ ਕੋਈ insecurities ਵੀ ਆਉਂਦੀਆਂ ਨੇ as when you are in this field and ਤੁਸੀਂ everyday camera face ਕਰਨਾ, and then you even get some negative feedback, so ਤੁਸੀਂ ਉਹਦੇ ਤੇ ਕੀ ਕਹਿਣਾ ਚਾਹੋਗੇ? I think insecurities ਹਰ ਇੱਕ ਨੂੰ ਹੀ ਹੁੰਦੀਆਂ ਨੇ, like everybody have insecurities, right? ਜਿਵੇਂ
ਲਾਈਕ ਹੁਣ ਤਾਂ ਮੈਂ ਕਾਫੀ ਕੌਨਫੀਡੈਂਟ ਹੋ ਗਈ ਹਾਂ ਇਸ ਚੀਜ਼ ਲਈ ਕਿ ਐਕਨੀ ਲਾਈਕ ਪਹਿਲਾਂ ਮੈਂ ਬੇਅਰ ਸਕਿਨ ਈਵਨ ਮੈਂ ਕੰਮ ਤੇ ਵੀ ਨਹੀਂ ਸੀ ਜਾਂਦੀ ਹੁੰਦੀ ਬਿਕਾਜ਼ ਆਈ ਯੂਜ਼ਡ ਟੂ ਹੈਵ ਲਾਈਕ ਐਕਨੀ ਬਟ ਹੁਣ ਆਈ ਥਿੰਕ ਆਮ ਪ੍ਰੀਟੀ ਮਚ ਕੰਫਰਟੇਬਲ ਟੂ ਈਵਨ ਫੇਸ ਦ ਕੈਮਰਾ without any I don't use filters I mean no hate to anyone who use filters but ਮੈਂ ਖੁਦ ਹੀ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ ਮੈਨੂੰ ਇਦਾਂ ਲੱਗਦਾ ਕਿ ਅਗਰ ਮੈਂ ਫਿਲਟਰ ਯੂਜ਼ ਕਰਾਂਗੀ ਤਾਂ how am I like more ਓਪਨ ਕਿਵੇਂ ਆ ਮੈਂ ਉਸ ਚੀਜ਼ ਲਈ ਜਾਂ ਫਿਰ ਮੈਨੂੰ ਦੇਖ ਕੇ ਕੋਈ ਹੋਰ ਕਿਵੇਂ ਨਹੀਂ ਪਾਉਣਾ ਚਾਹੂਗਾ ਇਸ ਕਰਕੇ ਮੇਰਾ ਇਹ ਵੀ ਜੀ ਕਰਦਾ ਕਿ ਹਾਂ ਮੈਂ ਬੇਅਰ ਫੇਸ no makeup I can just face the camera ਐਂਡ ਉਹ ਚੀਜ਼ ਮੈਂ ਕਿੱਦਾਂ ਗੇਨ ਕੀਤੀ ਕਿ ਜਦੋਂ ਮੈਂ ਕੰਮ ਤੇ ਬਿਨਾਂ ਮੇਕਅਪ ਦੇ ਜਾਣਾ ਸ਼ੁਰੂ ਕੀਤਾ ਤਾਂ ਉਸ ਚੀਜ਼ ਕਰਕੇ ਮੇਰੇ 'ਚ ਹੌਲੀ ਹੌਲੀ ਕਰਕੇ ਕੌਨਫੀਡੈਂਸ ਆਇਆ ਕਿ ਹਾਂ ਲਾਈਕ ਐਕਨੀਜ਼ ਆਰ ਨਾਰਮਲ ਇਟਸ ਫਾਈਨ ਤੇ ਤੁਸੀਂ ਜਾ ਸਕਦੇ ਈਵਨ ਦੋ ਹੁਣ ਮੈਨੂੰ ਕੋਈ ਕਹਿੰਦਾ ਵੀ ਆ ਕੁਛ ਤਾਂ ਆਮ ਓਕੇ ਲਾਈਕ ਠੀਕ ਆ ਯਾਰ ਇਟਸ ਫਾਈਨ ਇਟਸ ਨਾਰਮਲ ਰਿਐਕਟ ਨਾ ਕਰ ਵੀ ਠੀਕ ਆ And is there any turning point in your life which you would like to mention ਜਿਹਦੇ 'ਚ ਤੁਹਾਨੂੰ ਲੱਗਿਆ ਹੋਵੇ ਕਿ ਓਕੇ ਇਹ ਪੁਆਇੰਟ ਨੇ ਮੈਨੂੰ ਕਾਫੀ ਚੇਂਜ ਦਿੱਤਾ ਆ ਐਂਡ ਇਹ ਪੁਆਇੰਟ ਤੇ ਆ ਕੇ ਮੈਨੂੰ ਕਾਫੀ ਆਪਣੇ ਆਪ 'ਚ ਇੰਪਰੂਵਮੈਂਟ ਦਿਖੀ ਆ turning point wise I think when I actually started taking Instagram more seriously ਜਦੋਂ ਮੈਨੂੰ realize ਹੋਇਆ ਕਿ like I don't want to do what everyone else is doing I want to do ਜਿਹੜਾ ਕਿ ਮੈਨੂੰ define ਕਰਦਾ ਆ even when it comes to style I feel like style is very personal right like ਉਹ ਚੀਜ਼ ਜੇ same ਕੱਪੜੇ ਤੁਸੀਂ ਪਾਏ ਹੋਣਗੇ ਜਾਂ ਮੈਂ ਪਾਏ ਹੋਣਗੇ there will be a slight difference too because you add up your own self to the style or your fashion too and then ਮੈਂ ਸੋਚਦੀ ਹਾਂ ਕਿ ਮੈਂ ਇਹ ਤੋਂ ਵੀ better ਕਰ ਸਕਦੀ ਹਾਂ like I want to even be more creative too so ਇਹਦੇ through was there any difference you felt ਜੇ ਤੁਸੀਂ ਅੱਜ ਆਪਣੇ ਆਪ ਨੂੰ compare ਕਰਦੇ ਹੋ with the old version of yourself I think big time I feel like the biggest difference is like I used to post anything like ਹੁਣ ਮੈਂ ਬਹੁਤ cautious ਹੀ ਹਾਂ which is a good thing and bad thing too like you can't really post anything like you can't just be like ਮੈਂ ਅੱਜ ਆ ਤਾਂ ਏਦਾਂ ਪਾਦਾ but then also because there's so many people who are watching you and you don't want anyone to be influenced in a wrong way ਜਦੋਂ ਤੁਸੀਂ ਤੁਹਾਡੇ ਕੋਲ ਇੰਨਾ ਵੱਡਾ ਪਲੇਟਫਾਰਮ ਆ let's say ਮੈਂ ਡਾਈਟ ਏਦਾਂ ਕਰਦੀ ਹਾਂ and then you don't realize ਕਿ there's so many people who are influenced by you even if it's ਤੁਹਾਡਾ ਡਾਈਟ ਦਾ ਤਰੀਕਾ ਗਲਤ ਹੋ ਸਕਦਾ what if you're starving yourself and then ਤੁਹਾਨੂੰ ਦੇਖ ਕੇ ਬਾਕੀ ਕਹਿਣਗੇ oh because she starved herself she's fine I think ਏਦਾਂ ਹੀ ਸਾਰੇ ਕਰਦੇ that's how she doesn't gain weight ਤਾਂ ਮੈਂ ਵੀ ਏਦਾਂ ਪਾ ਦਿੰਨਾ so ਉਹ ਚੀਜ਼ਾਂ ਕਰਕੇ I'm more cautious about what I post that I don't influence someone in any negative way that's and I'm not rude to anyone in any way ਜਿਵੇਂ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਆ ਤੁਹਾਨੂੰ ਇਦਾਂ ਨੈਗੇਟਿਵ ਫੀਡਬੈਕ ਵੀ ਮਿਲਦਾ ਹੋਣਾ people might comment you so ਉਹਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ ਹੋ ਵੈਸੇ ਤਾਂ luckily there's very rare ਹਨਾ ਕੋਈ ਨੈਗੇਟਿਵ ਕਮੈਂਟ ਕਰਦਾ ਆ but there like mostly ਜੇ ਕਿਸੇ ਨੇ ਕੀਤਾ ਹੋਊਗਾ ਤਾਂ ਜਾਂ ਐਕਨੀ ਔਰ ਬੋਡੀ ਸ਼ੇਮਿੰਗ ਅਗਰ ਉਹ ਮੈਨੂੰ ਚੀਜ਼ ਬੋਦਰ ਕਰ ਰਹੀ ਹੈ ਤਾਂ ਮੈਂ ਡਿਲੀਟ ਹੀ ਕਰ ਦਿੰਦੀ ਹਾਂ ਬਿਕਾਜ਼ ਆਈ ਜਸਟ ਡੋਂਟ ਵਾਂਟ ਇਟ ਕਿ ਮੈਂ ਉਹਨੂੰ ਦੇਖਾਂ ਔਰ ਮੈਂ ਸੋਚਾਂ ਵੀ ਉਹਦੇ ਬਾਰੇ ਐਂਡ ਦੈਨ ਕਈ ਵਾਰੀ ਤਾਂ ਮੈਂ ਸਰਕੈਸਟਿਕਲੀ ਰਿਪਲਾਈ ਵੀ ਕਰ ਦਿੰਦੀ ਹਾਂ ਉਹਨਾਂ ਨੂੰ ਐਂਡ ਕਈ ਵਾਰੀ ਤਾਂ ਇੱਦਾਂ ਹੁੰਦਾ ਹੈ ਕਿ ਜਿਹੜੇ ਲੋਕੀ ਮੈਨੂੰ ਫੋਲੋ ਕਰਦੇ ਕੁੜੀਆਂ ਉਹ ਆਪ ਹੀ ਉਹਨਾਂ ਨੂੰ ਰਿਪਲਾਈ ਕਰ ਦਿੰਦੀਆਂ ਦੈਟ ਆਈ ਡੋਂਟ ਇਵਨ ਹੈਵ ਟੂ ਵਾਓ ਆਈ ਨੋ ਰਾਈਟ ਵਧੀਆ ਹੁੰਦੀ ਆ ਕਿ ਚਲੋ ਲਾਈਕ ਯੂ ਡੋਨਟ ਇਵਨ ਹੈਵ ਟੂ think about it ਕਿ ਤੁਸੀਂ ਕੀ ਕਰਨਾ ਕੀ ਨਹੀਂ ਸੋ ਜਦੋਂ ਉਹ ਏਦਾਂ ਕਰਦੇ then you're more relieved and then ਇਹ ਚੀਜ਼ ਤੋਂ ਪਰ ਮੈਂ ਹਾਂ ਕਈ ਵਾਰੀ ਮੈਨੂੰ ਉਹ ਚੀਜ਼ ਤੰਗ ਵੀ ਕਰਦੀ ਆ ਕਿ like ਮੇਰੀ skin ਐਵੇਂ ਕਿਉਂ ਨਹੀਂ ਆ but then I keep telling myself that this is not under my control like I'm doing what I can but there are things that you can't really control right ਤਾਂ ਮੈਂ ਉਹਦਾ ਕੀ ਕਰ ਲਾਂ ਹੁਣ ਮੈਂ ਸੈਡ ਹੋ ਕੇ ਤਾਂ ਆਪਣੀ ਲਾਈਫ ਨਹੀਂ ਕੱਢ ਸਕਦੀ ਹਾਂਜੀ so yeah there's no point so it's better ਕਿ ਹਾਂ ਖੁਸ਼ ਰਹੋ ਜਿੱਦਾਂ ਦੇ ਹੈਗੇ ਹੋ like you are fine you are good you're just fine just ਏਦਾਂ ਸੋਚੋ ਕਿ you don't have to think ਕਿ ਮੈਂ ਏਦਾਂ ਕਿਉਂ ਨਹੀਂ ਆ ਫਿਰ ਤਾਂ ਅਸੀਂ ਸਾਰੀ ਉਮਰ ਏਦਾਂ ਹੀ ਕੱਢ ਦਾਂਗੇ ਕਿ ਮੈਨੂੰ ਉਹਨੇ ਏਦਾਂ ਕਹਿਤਾ you can't be perfect in every way so obviously yeah ਪਰ ਜਿਵੇਂ ਤੁਸੀਂ ਇਹ ਪੁਆਇੰਟ ਮੈਂਸ਼ਨ ਕੀਤਾ ਇੱਕ ਗੱਲ ਦਾ ਜ਼ਿਕਰ ਹੋਇਆ ਕਿ ਤੁਹਾਡੇ ਆਪਣੇ ਫੋਲੋਅਰਸ ਸਪੈਸ਼ਲੀ ਗਰਲਸ ਆ ਕੇ ਤੁਹਾਡਾ ਕਮੈਂਟ ਬੈਕ ਕਰ ਦਿੰਦੇ ਆ ਉਹਨਾਂ ਨੂੰ ਸੋ ਇਹ ਕਿੰਨੀ ਵਧੀਆ ਗੱਲ ਆ ਆਈ ਮੀਨ ਅ ਵੂਮਨ ਸਟੈਂਡਿੰਗ ਫॉर ਅਨਦਰ ਵੂਮਨ I feel ਜਿੱਦਾਂ ਇਹ ਗੱਲ ਕਹੀ ਜਾਂਦੀ ਆ ਕਿ women's can never be friends so ਇਹ ਮੈਂ ਬਹੁਤ ਸੁਣਿਆ ਆ ਤਾਂ ਮੇਰੇ ਫਰੈਂਡ ਸਰਕਲ ਦੇ ਵਿੱਚ boys are talking ਜਿੱਦਾਂ they used to tease us saying ਕਿ ਉਹ ਮੇਲਸ ਦੀ ਫਰੈਂਡਸ਼ਿਪ ਡਿਫਰੈਂਟ ਹੁੰਦੀ ਆ ਸਾਡੀ ਤੇ ਯਾਰੀ ਬਹੁਤ ਡੂੰਘੀ ਆ
but as compared to females, they be like, oh, females can never be friends, they are Hmm. jealous or insecure about each other. Hmm. So have you been in a situation like that ਜਿੱਥੇ ਤੁਹਾਨੂੰ ਏਦਾਂ I feel ਹੋਇਆ? think yes, Mhm. it's true and it's false. ਕੁੜੀਆਂ ਹੁੰਦੀਆਂ ਨੇ ਇਦਾਂ ਦੀਆਂ ਜਿਹੜੀਆਂ ਕਿ ਤੁਹਾਡੇ ਤੋਂ ਜੈਲਸ ਹੁੰਦੀਆਂ, ਇਨਸਿਕਿਉਰ ਹੁੰਦੀਆਂ ਨੇ, ਐਂਡ ਦੈਟਸ ਨਾਟ ਯੂ, ਦੈਟਸ them. Hmm. I have been into those friendships too, ਜਿੱਥੇ ਕਿ ਐਂਡ ਮੈਂ ਉਹਨਾਂ ਤੋਂ ਦੂਰ ਹੋ ਜਾਂਦੀ ਹਾਂ ਯਾਰ. I don't want that energy if I am not giving you that energy ਕਿ ਮੈਂ ਤੇਰੇ ਤੋਂ ਇਨਸਿਕਿਉਰ ਆ ਜਾਂ ਮੈਂ ਤੇਰੇ ਤੋਂ ਜੈਲਸ ਆ. I don't want that from you either, and you are not my friend, and I'll just Yeah. stop talking. But ਹੁਣ ਮੈਂ ਕਹਿੰਦੀ ਆ ਕਿ I have like best friends, they're girls. Yeah. Even ਮੈਂ ਵੀ ਆਹੀ ਕਹਿੰਦੀ ਹੁੰਦੀ ਸੀ, ਜਿਹੜੀ ਮੇਰੀ friendship ਮੇਰੀ ਤੇ ਮੁੰਡੇ ਦੀ friendship ਆ, that is better because there's no jealousy there. Once you're best friend with the guy, there's no jealousy there. But no, once you have found your girls group, then Yeah. you will realize कि no, boys and girls overly friendship ਚ ਵੀ ਤੁਸੀਂ ਇੰਨੇ open ਔਰ ਇੰਨੀਆਂ ਗੱਲਾਂ ਨਹੀਂ ਕਰ ਸਕਦੇ ਔਰ ਇੰਨੀ ਅੰਡਰਸਟੈਂਡਿੰਗ ਨਹੀਂ ਹੈ ਜਿੰਨੀਆਂ girls ਚ ਆ. That's when you realize ਜਿਹੜੀਆਂ ਕਹਿੰਦੀਆਂ ਨਾ ਕਿ 100%. girls and girls are not friends, ਉਹਨਾਂ ਨੂੰ ਅਜੇ ਤੱਕ ਉਹਨਾਂ ਦੀ girls best friends ਮਿਲੀਆਂ ਹੀ ਨਹੀਂ ਆ. ਮਿਲੀਆਂ ਹੀ That's ਨਹੀਂ what I ਹੈਗੀਆਂ। think. Because Yeah, so it is true. very rare to find such girls ਜਿਹੜੀਆਂ ਕਿ ਵਧੀਆ friends ਹੋਣ. But once I think you have them, you have them. Yeah. And It's all about the vibe. The vibe ekdam hi match honi hai, and then you be like, oh, you are like soul sisters. Yeah, that's very true. Yeah, I mean the way girls help for like skincare ਜਿੱਦਾਂ ਆਪਾਂ share ਕਰਦੇ ਹਾਂ, and even with there are so outfits, many- you can Yeah. wear their outfits. ਤੇ ਮੁੰਡੇ ਦੀ outfit ਤਾਂ ਨਹੀਂ ਪਾ ਸਕਦੇ, right? Exactly. Or Sharing anything, clothes like and any help in life. makeup tips. Makeup So tips, many makeup things. ਚੱਕ ਲਓ, ਉਹਨਾਂ ਚੋਰੀ ਕਰ ਲਓ. ਮੈਂ ਤਾਂ ਬਹੁਤ ਕਰਦੀ ਏਦਾਂ. ਮੇਰੀ ਕਿਸੇ Yeah. ਫਰੈਂਡ ਦਾ ਮੇਰੇ ਕੋਲ ਪਰਸ ਪਿਆ ਹੋਊਗਾ, ਕਿਸੇ ਦਾ ਮੇਕਅਪ ਬ੍ਰਸ਼ ਅਜੇ ਤੱਕ ਮੇਰੇ ਕੋਲ ਹੀ ਤੁਰਿਆ ਫਿਰਦਾ. So like I'm just saying like these things. But yeah, it's really hard to find friends. But once you have, like, then you won't want it any other way, right? ਹਾਂਜੀ, as you told me you have a brother and ਮੇਰਾ ਵੀ brother ਆ. So ਤੁਹਾਨੂੰ ਕਦੀ ਇਦਾਂ feel ਹੋਇਆ that being a girl ਤੁਹਾਡੇ parents ਤੁਹਾਡੇ ਵੱਲ ਜ਼ਿਆਦਾ protective ਨੇ and you're getting less opportunities as compared to what your brother is getting? ਮੇਰੇ parents protective ਨੇ ਮੇਰੇ ਲਈ as compared to my brother, yes. But I think ਕਿਉਂਕਿ ਇੰਡੀਆ 'ਚ ਮਾਹੌਲ ਵੀ ਤਾਂ ਉਵੇਂ ਸੀਗਾ ਨਾ ਜਦੋਂ ਲਾਈਕ ਅਸੀਂ ਇੰਡੀਆ 'ਚ ਹੁੰਦੇ ਹਾਂ, ਤਾਂ ਹੁਣ ਤਾਂ ਲਾਈਕ ਤੁਸੀਂ ਬਾਹਰ ਕੁੜੀਆਂ ਇਕੱਲੀਆਂ ਜਾ ਨਹੀਂ ਸਕਦੀਆਂ ਕਿਉਂਕਿ ਮਾਹੌਲ ਹੀ ਉਵੇਂ ਆ. ਲਾਈਕ ਉਹ ਤਾਂ ਪੇਰੈਂਟਸ ਨੂੰ ਬਦੋ-ਬਦੀ ਉਹਨਾਂ ਨੂੰ ਇਨਸਿਕਿਉਰਿਟੀਜ਼ ਜਾਂ ਪ੍ਰੋਟੈਕਟਿਵ ਹੋਣਗੇ ਹੀ ਹੋਣਗੇ ਤੁਹਾਡੇ ਲਈ, ਰਾਈਟ? ਬਿਕਾਜ਼ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਨਾਲ ਕੁਝ ਵੀ ਇੱਦਾਂ ਦਾ ਹੋਵੇ. ਮੁੰਡਿਆਂ ਲਈ ਜੇ ਕੋਈ ਸਰਟਨ ਟਾਈਮ ਲਿਮਿਟ ਨਹੀਂ ਹੈਗੀ ਤਾਂ ਕੁੜੀਆਂ ਲਈ ਹੈਗੀ ਆ. ਦੇਰ ਇਜ਼ ਆਲਸੋ ਅ ਰੀਜ਼ਨ ਬਿਹਾਈਂਡ ਦੈਟ ਟੂ ਕਿ ਰਾਤ ਨੂੰ ਵੈਸੇ ਵੀ ਕੁੜੀਆਂ ਲਈ ਬਾਹਰ ਜਾਣਾ ਇੰਨਾ ਸੇਫ ਨਹੀਂ ਐਂਡ ਆਲ, ਰਾਈਟ? ਸੋ ਉਹ ਚੀਜ਼ਾਂ ਕਰਕੇ. ਬਟ ਵੈਨ ਇਟ ਕਮਸ ਟੂ ਓਪਰਚੁਨਿਟੀਜ਼, ਆਈ ਥਿੰਕ ਅਜੇ ਵੀ ਕਈ ਘਰਾਂ 'ਚ ਇੱਦਾਂ ਹੈਗਾ. ਮੋਸਟਲੀ ਆਈ ਵੁੱਡ ਸੇ ਕਿ ਕੁੜੀਆਂ ਨੂੰ ਮੇ ਬੀ ਅਗਰ ਕਿਸੇ ਨੂੰ ਆਊਟ ਆਫ ਸਟੇਟ ਜੋਬ ਮਿਲ ਜੇ ਜਾਂ ਬਾਹਰ ਜੋਬ ਮਿਲ ਜੇ ਐਂਡ ਸ਼ਾਇਦ ਪੇਰੈਂਟਸ ਜਾਂ ਬਾਹਰ ਪੜ੍ਹਨਾ ਚਾਹੁੰਦੀ ਹੋਵੇ ਤੇ ਸ਼ਾਇਦ ਪੇਰੈਂਟਸ ਨਹੀਂ ਮੰਨਣਗੇ. ਸ਼ੀ ਵੁੱਡ ਹੈਵ ਟੂ ਐਕਚੁਅਲੀ ਕਨਵਿੰਸ ਕਰਨਾ ਪਊਗਾ, ਹੈ ਨਾ? ਤੇ ਪਰ ਜੋ ਸ਼ਾਇਦ ਮੁੰਡੇ ਨੂੰ ਮਿਲੇ ਤਾਂ ਉਹ ਉਹਨਾਂ ਲਈ ਦੇ ਵੋਂਟ ਇਵਨ ਗਿਵ ਐਨੀ ਸੈਕਿੰਡ ਥਾਟਸ ਟੂ ਇਟ. ਪਰ ਆਈ ਥਿੰਕ ਹੁਣ ਟਾਈਮ ਕਾਫੀ ਚੇਂਜ ਹੋ ਰਿਹਾ. ਹੁਣ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਬਾਹਰ ਆ ਰਹੀਆਂ ਨੇ. ਈਵਨ ਜਦੋਂ ਮੈਂ ਪੜ੍ਹਨਾ ਸੀ ਤਾਂ ਮੇਰੇ ਘਰਦਿਆਂ ਨੇ ਮੈਨੂੰ ਚੰਡੀਗੜ੍ਹ ਭੇਜਤਾ ਸੀਗਾ. ਦੇ ਟਰਸਟਡ ਇਨ ਮੀ, ਰਾਈਟ? ਐਂਡ ਦੈਨ ਹੁਣ ਜਦੋਂ ਕੈਨੇਡਾ ਵੀ ਆਉਣਾ ਸੀ, ਦੇ ਟਰਸਟਡ ਇਨ ਮੀ ਕਿ ਹਾਂ ਆਈਲ ਬੀ ਫਾਈਨ ਔਨ ਮਾਈ ਓਨ ਐਂਡ ਮੈਂ ਕੋਈ ਇੱਦਾਂ ਦਾ ਕਦੀ ਸਟੈਪ ਨਹੀਂ ਲਊਂਗੀ ਵੀ ਜਿਵੇਂ ਉਹਨਾਂ ਨੂੰ ਕਦੀ ਕੁਛ ਫੇਸ ਕਰਨੀ ਪਵੇ ਕੱਲ੍ਹ ਨੂੰ ਕੋਈ ਵੀ ਚੀਜ਼ ਗਲਤ. ਤਾਂ ਆਈ ਥਿੰਕ ਹੁਣ ਟਾਈਮ ਕਾਫੀ ਬਦਲ ਰਿਹਾ ਆ ਕਿ ਪੇਰੈਂਟਸ ਕੁੜੀਆਂ 'ਚ ਵੀ ਟਰਸਟ ਓਨਾ ਹੀ ਰੱਖਣ ਲੱਗ ਗਏ ਨੇ ਕਿ ਹਾਂਜੀ ਵੀ ਹਾਂ ਵੀ ਸਾਡੀ ਕੁੜੀ ਵੀ ਕਰ ਸਕਦੀ ਆ, ਸਾਡੀ ਕੁੜੀ ਕੁਛ ਗਲਤ ਨਹੀਂ ਕਰੂਗੀ ਜਾਂ ਸਾਡੀ ਕੁੜੀ ਸਹੀ ਹੋਊਗੀ ਇਫ ਸ਼ੀ ਇਜ਼ ਔਨ ਹਰ ਓਨ. ਸੋ ਆਈ ਥਿੰਕ ਟਾਈਮਸ ਚੇਂਜਿੰਗ ਨਾਓ ਅ ਲੋਟ. ਕਾਫੀ ਫਰਕ ਪੈ ਰਿਹਾ ਹੈ. ਹਾਂਜੀ, ਸਹੀ ਗੱਲ ਦੀ ਮੈਂ ਤੁਹਾਡੇ ਨਾਲ ਐਗਰੀ ਕਰਦੀ ਹਾਂ 100%. ਇੱਦਾਂ ਹੁੰਦਾ ਆ. ਸਪੈਸ਼ਲੀ ਮੇਨ ਗੱਲ ਇਹ ਆ ਕਿ ਇੱਕ ਕੁੜੀ ਨੂੰ ਆਪਣੇ ਭਰੋਸਾ ਦਿਵਾਉਣਾ ਹੁੰਦਾ ਆ ਦੈਟ ਓਕੇ ਆਈ ਕੈਨ ਟੇਕ ਕੇਅਰ ਆਫ ਮਾਈ ਸੈਲਫ ਐਂਡ ਮੈਂ ਜੋ ਕਰ ਰਹੀ ਹਾਂ ਮੈਂ ਸਹੀ ਕਰ ਰਹੀ ਹਾਂ. ਬਿਕੋਜ਼ ਆਫ ਕੋਰਸ ਐਵਰੀ ਇੰਡੀਅਨ ਫੈਮਿਲੀ ਸਾਰੇ ਆਪਣੇ ਜਿੰਨੇ ਪੇਰੈਂਟਸ ਹੁੰਦੇ ਨੇ ਇਹ ਪ੍ਰੋਟੈਕਟਿਵ ਹੁੰਦੇ ਨੇ ਬਿਕਾਜ਼ ਕੁੜੀਆਂ ਨੂੰ ਹਾਂਜੀ ਬਿਕਾਜ਼ ਐਵਰੀ ਗਰਲ ਇਜ਼ ਟ੍ਰੀਟਡ ਲਾਈਕ ਅ ਕਰਾਊਨ ਆਫ ਦ ਫੈਮਿਲੀ. ਉਹ ਚੀਜ਼ ਨੂੰ ਉਹਨਾਂ ਨੂੰ ਐਜ਼ ਅ ਸੈਬੋਟੇਜ ਨਹੀਂ ਲੈਣਾ ਚਾਹੀਦਾ. ਦਿਸ ਇਜ਼ ਵਾਟ ਆਈ ਥਿੰਕ ਵਾਟ ਮੈਟਰਸ ਦ ਮੋਸਟ. ਹਾਂਜੀ, ਟਰੂ. ਸੋ ਜਿਵੇਂ ਆਪਣੇ ਪੋਡਕਾਸਟ ਦਾ ਨਾਮ ਆ ਮਨ ਦੀ ਆਵਾਜ਼,
ਤੇ ਹੁਣ ਮੋ ਤੁਸੀਂ ਦੱਸੋ ਤੁਹਾਡੇ ਮਨ ਦੀ ਆਵਾਜ਼ ਕੀ ਆ? ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਟੂ ਦ ਪੀਪਲ ਲਿਸਨਿੰਗ ਟੂ ਦਿਸ ਪੋਡਕਾਸਟ? ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਡੂ ਨਾਟ ਸੈਲਫ ਡਾਊਟ ਯੋਰਸੈਲਫ। ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਲਾਈਫ 'ਚ ਜਾਂ ਤੁਸੀਂ ਕਿਸੇ ਚੀਜ਼ ਲਈ ਪੈਸ਼ਨੇਟ ਹੋ ਔਰ ਕੋਈ ਚੀਜ਼ ਆ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਆ ਤਾਂ ਕੋਈ ਸੈਕਿੰਡ ਡਾਊਟ ਨਾ ਦਿਓ ਉਹਨੂੰ ਐਂਡ ਉਹ ਚੀਜ਼ ਕਰੋ ਕਿਉਂਕਿ ਯੂ ਓਨਲੀ ਗੈਟ ਵਨ ਲਾਈਫ ਰਾਈਟ ਐਂਡ ਲਿਵ ਇਟ ਟੂ ਦ ਫੁੱਲੈਸਟ। ਤੁਸੀਂ ਖੁਸ਼ ਰਹੋ, ਆਪਣਾ ਜਿਵੇਂ ਲਾਈਫ ਜੀਣਾ ਚਾਹੁੰਦੇ ਹੋ ਉਵੇਂ ਜੀਓ, ਕਿਸੇ ਦੀ ਪਰਵਾਹ ਨਾ ਕਰੋ ਕੋਈ ਕੀ ਸੋਚਦਾ ਆ, ਕੋਈ ਗੱਲਾਂ ਕਰੂਗਾ ਕਿਉਂਕਿ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ ਰਾਈਟ। ਸੋ ਹਮੇਸ਼ਾ ਲਾਈਕ ਇਹੀ ਸੋਚੋ ਕਿ ਹਾਂ ਇਹ ਮੈਂ ਕਰਨਾ ਚਾਹੁੰਦਾ, ਇਹ ਚੀਜ਼ ਮੈਨੂੰ ਖੁਸ਼ੀ ਦਿੰਦੀ ਆ ਤਾਂ ਮੈਂ ਉਹ ਚੀਜ਼ ਕਰੂੰਗਾ ਜਾਂ ਮੈਂ ਕਰੂੰਗੀ ਉਹ ਚੀਜ਼ ਵੀ। ਈਵਨ ਦੋ ਤੁਸੀਂ ਕੁੜੀ ਹੋ ਤਾਂ ਇਹ ਨਾ ਸੋਚੋ ਕਿ ਮੈਂ ਕੁੜੀ ਹਾਂ ਤਾਂ ਮੈਨੂੰ ਮੈਨੂੰ ਨਹੀਂ ਕਰਨਾ ਚਾਹੀਦਾ ਇਹ। ਤੁਹਾਡੇ ਪੇਰੈਂਟਸ ਤੁਹਾਡੀ ਸਪੋਰਟ ਹੀ ਕਰਨਗੇ। ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਸਾਨੂੰ ਇੱਕੋ ਜ਼ਿੰਦਗੀ ਮਿਲਦੀ ਆ ਐਂਡ ਸਾਨੂੰ ਉਹ ਬਿਲਕੁਲ ਖੁੱਲ੍ਹ ਕੇ ਜੀਣੀ ਚਾਹੀਦੀ ਆ। ਐਂਡ ਵਿਦ ਦਿਸ ਵੀ ਵਿਲ ਲਾਈਕ ਟੂ ਐਂਡ ਅਪ ਦਿਸ ਪੋਡਕਾਸਟ. Thank you for coming here and Thank you for sharing. having me. All right guys, that was all for today's episode. ਬਹੁਤ ਵਧੀਆ ਲੱਗਿਆ ਮੋ ਦੀ ਮਨ ਦੀ ਆਵਾਜ਼ ਸੁਣ ਕੇ ਐਂਡ ਜਿੰਨਾ ਉਹਨਾਂ ਨੇ ਮੈਨੂੰ ਇੰਸਪਾਇਰ ਕੀਤਾ ਆਈ ਹੋਪ ਤੁਹਾਨੂੰ ਵੀ ਉਨਾ ਹੀ ਇੰਸਪਾਇਰ ਕੀਤਾ ਹੋਵੇ। Thank you for staying till the end. Stay tuned for the next episode. Till then, like, share and comment.